नमस्कार आदाब वाहिगुरू जी का खालसा वाहिगुरू जी की फतेह। कोई ऐसा पल जदों बाप की याद ना आई होवे? ਉਹਨਾਂ ਦੀ ਯਾਦ ਤੇ ਬਹੁਤ ਆਉਂਦੀ ਹੈ। पता नहीं किदां इन्हां बच्चियां ने कदी बाप नाल बाप की गल कीती होएगी मां नाल भी साडा प्यो कित्थे आ, क्यों नहीं आउंदा। विआह शादी दिन तिहार ते कदी याद आउंदी होएगी धीआं नूं। अज भी ये कमी ते हमेशा धीआं नूं महसूस हुंदी है। दी आ कि हुण मगर ना हो जावे दिन तिहार फिर जिन्ने क जोगे पहुँचदे हो आप ही। ਉਹਨਾਂ ਕਦੀ ਇਹ ਹੋਇਆ ਨਹੀਂ ਵੀ ਦੇਣ ਵਾਲੇ ਤੇ ਜੋ ਬੈਠੀਆਂ ਹੋਣਗੀਆਂ ਉਹ ਆਪ ਆਉਂਦੇ ਲੈ ਕੇ ਜਿਉਂਦੇ ਵਸਦੇ ਰਹਿਣ। ਹਾਂਜੀ, ਬਹੁਤ ਇਸ ਗੱਲੋਂ ਮਨ ਬੜਾ ਖੁਸ਼ ਹੋਇਆ ਕਿ ਤੁਹਾਡੇ ਜਵਾਈ ਨਹੀਂ ਗਏ, ਉਹ ਤੁਹਾਡੇ ਪੁੱਤ ਨੇ। ਕੋਈ ਐਸਾ ਪਲ ਜਦੋਂ ਬਾਪ ਦੀ ਯਾਦ ਨਾ ਆਈ ਹੋਵੇ? ਉਹਨਾਂ ਦੀ ਯਾਦ ਤੇ ਬਹੁਤ ਆਉਂਦੀ ਹੈ। ਕਦੀ ਕਿਸੇ ਚਾਚੇ ਤਾਏ ਦੇ ਵਿੱਚੋਂ ਬਾਪ ਨਜ਼ਰ ਨਹੀਂ ਆਇਆ? ਨਹੀਂ, ਕਿਸੇ ਚਾਚੇ ਤਾਏ ਨੇ ਕਿਤੇ ਬਾਪ ਵਾਂਗੂ ਸਿਰ ਤੇ ਹੱਥ ਰੱਖਿਆ ਹੋਵੇ? ਨਹੀਂ, ਕਦੀ ਰੱਬ ਨਾਲ ਗਿਲਾ ਕੀਤਾ? ਬਹੁਤ ਜ਼ਿਆਦਾ ਕਿ ਰੱਬਾ ਤੂੰ ਇਦਾਂ ਕਿਉਂ ਕੀਤਾ। ਗੱਲਬਾਤ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟੀ ਸੁਮਨਦੀਪ ਕੌਰ ਜਿਹੜੀ ਆ ਇਹਦੀ ਸਹੁਰਿਆਂ ਦੇ ਨਾਲ ਕੋਈ ਬਣ ਨਹੀਂ ਆਈ ਤੇ ਉੱਥੋਂ ਇਹਦਾ ਡਾਈਵੋਰਸ ਹੋ ਗਿਆ। ਹੁਣ ਦੋਨੋਂ ਮਾਂ ਬੇਟੀ ਹੀ ਇਸ ਘਰ ਦੇ ਵਿੱਚ ਰਹਿੰਦੀਆਂ ਨੇ। ਇੱਕ ਬੇਟਾ ਸੁਮਨ ਦਾ ਜਿਹੜਾ 12 ਕੁ ਸਾਲ ਦਾ ਪੜ੍ਹਦਾ। ਅਸੀਂ ਤੁਹਾਨੂੰ ਇਹ ਰਿਕੁਐਸਟ ਕਰਾਂਗੇ ਕਿ ਸਤਿਗੁਰੂ ਇਹ ਇਜਾਜ਼ਤ ਦਿੰਦੇ ਨੇ, ਸਾਨੂੰ ਕੋਈ ਸਾਡਾ ਧਰਮ ਕੋਈ ਮਰਿਆਦਾ ਸਾਨੂੰ ਇਸ ਗੱਲ ਤੋਂ ਮਨਾਹੀ ਨਹੀਂ ਕਰਦੀ। ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ, ਬੇਟਾ ਤੁਸੀਂ ਨਵੀਂ ਜ਼ਿੰਦਗੀ ਬਾਰੇ ਜ਼ਰੂਰ ਸੋਚਣਾ। ਡਿਆਲ ਭੜੰਗ ਦਾ ਇੱਕ ਨੌਜਵਾਨ ਮਨਜੀਤ ਸਿੰਘ ਜਿਹੜਾ ਕਿ 24 ਮਾਰਚ 1988 ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਜਿਹੜਾ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਮਨਜੀਤ ਸਿੰਘ ਜੀ ਪਿੱਛੇ ਆਪਣੇ ਪਤਨੀ ਤੋਂ ਇਲਾਵਾ 5 ਬੇਟੀਆਂ ਛੱਡ ਗਏ ਸੀ ਔਰ ਉਹਨਾਂ ਦੀ ਪਤਨੀ ਬੀਬੀ ਹਰਜੀਤ ਕੌਰ ਕਿਵੇਂ ਉਹਨਾਂ ਨੇ ਉਹਨਾਂ 5 ਬੱਚੀਆਂ ਦੀ ਪਾਲਣਾ ਪੋਸ਼ਣਾ ਕੀਤੀ। ਇੱਕ ਵਧੀਆ ਇੱਕ ਤੁਹਾਡੇ ਸਿਰ ਤੇ ਬੜੀ ਧੀ ਤੇ ਇੱਕ ਦੀ ਜ਼ਿੰਮੇਵਾਰੀ ਬੜੀ ਹੁੰਦੀ ਹੈ। ਬਹੁਤ ਵਧੀਆ ਗੱਡੀਆਂ ਰੱਖੀਆਂ ਨੇ, ਆਉਂਦੇ ਨੇ। ਹਾਂਜੀ, ਵਧੀਆ ਨੇ। ਠੀਕ ਹੈ, ਚਲੋ ਬਹੁਤ ਚੰਗੀ ਆ ਵੀ ਸਾਰੇ ਆਪਣੇ ਘਰਾਂ ਦੇ ਵਿੱਚ ਸੌਖੀਆਂ ਨੇ ਧੀਆਂ। ਬਾਕੀ ਜਿਹੜੀ ਗੱਲ ਹੁੰਦੀ ਆ ਵੀ ਕਿਸਮਤ ਦੀ, ਵੀ ਜੇ ਤੁਹਾਡੇ ਸਹੁਰਾ ਸਾਹਿਬ ਵੀ ਤੁਹਾਨੂੰ ਤੁਹਾਡਾ ਹੱਕ ਦੇ ਜਾਂਦੇ ਇਹਨਾਂ ਧੀਆਂ ਨੂੰ ਤੇ ਫਿਰ ਤੇ ਕੋਈ ਇੰਨਾ ਨਹੀਂ ਜਾਪਣਾ, ਫਿਰ ਤਾਂ ਚਲੋ ਵਧੀਆ ਲੰਘ ਜਾਣਾ ਸੀ। ਚਲੋ ਉਹਨਾਂ ਦਿੱਤਾ ਨਹੀਂ, ਫਿਰ ਕੀ ਕਰ ਸਕਦੇ ਆ। ਇਹ ਤਾਂ ਉਹਨੂੰ ਸੋਚਣਾ ਚਾਹੀਦਾ ਹੀ ਨਾ। ਅਗਲੇ ਇਹ ਸਮਝਿਆ ਵੀ ਧੀਆਂ ਨੇ ਤੇ ਚੱਲ ਕੋਈ ਗੱਲ ਹੀ ਨਹੀਂ, ਪਰ ਖਾਣਾ ਤਾਂ ਹੈ ਹੀ ਨਾ। ਜ਼ਿੰਦਗੀ ਤਾਂ ਕੱਟਣੀ ਪੈਂਦੀ ਹੈ ਨਾ। ਹਾਂਜੀ ਹਾਂਜੀ। ਜ਼ਿੰਦਗੀ ਕਾਹਦੇ ਆਸਰੇ ਨਿਕਲੇ। ਉਹ ਸ਼ਾਇਦ ਤੁਹਾਡੇ ਸਹੁਰਾ ਸਾਹਿਬ ਨੇ ਵੀ ਇਹ ਗੱਲ ਸੋਚੀ ਹੋਣੀ ਆ ਵੀ ਇਹਦੀਆਂ ਤੇ ਕੁੜੀਆਂ ਹੀ ਨੇ, ਇਹ ਮੁੰਡਾ ਹੁੰਦਾ ਤੇ ਮੈਂ ਇਹਨਾਂ ਨੂੰ ਦੇ ਛੱਡਦਾ। ਪਰ ਧੀਆਂ ਵੀ ਤੇ ਇਹਨਾਂ ਵੀ ਸਭ ਕੁਝ ਉਹਨਾਂ ਨੂੰ ਕੀ ਨਹੀਂ ਚਾਹੀਦਾ। ਨਾਲ ਮੇਰੀ ਕਿਹੜੀ ਜ਼ਿੰਦਗੀ ਲੰਘੀ, ਉਹਨਾਂ ਦੇ ਹੁਣ ਧੱਕੇ ਹੀ ਖਾਣ ਦੇ ਇੱਕ ਸਭ ਦੇ। ਤੇ ਜੇ ਹੁੰਦਾ ਕੋਲ ਇੱਕ ਤੇ ਤੁਹਾਨੂੰ ਅੱਜ ਅਸੀਂ ਬੇਨਤੀ ਕਰਕੇ ਜਾਂਦੇ ਆ ਵੀ ਤੁਹਾਡੇ ਕੋਲ ਸਾਡਾ ਨੰਬਰ ਆ ਗਿਆ। ਅੱਜ ਤੋਂ ਬਾਅਦ ਰੱਬ ਨਾ ਕਰੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਵੇ, ਤੁਸੀਂ ਸਾਨੂੰ ਫੋਨ ਕਰਨਾ। ਅੱਜ ਅਸੀਂ ਆਪਣੀ ਜਥੇਬੰਦੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਾਡੀ ਜਥੇਬੰਦੀ ਆ, ਅਸੀਂ ਉਹਨਾਂ ਵੱਲੋਂ ਤੁਹਾਨੂੰ 10,000 ਰੁਪਈਆ ਦੇ ਜਾਂਦੇ ਹਾਂ ਤੇ ਨਾਲ ਕੁਝ ਰਾਸ਼ਨ ਦੀ ਸੇਵਾ ਕਰ ਰਹੇ ਹਾਂ ਅਸੀਂ ਸ਼ਹੀਦ ਪਰਿਵਾਰਾਂ ਦੀ। ਤੇ ਅੱਜ ਤੁਹਾਨੂੰ ਅਸੀਂ ਉਹ ਰਾਸ਼ਨ ਤੇ ਦੇ ਕੇ ਜਾਂਦੇ ਹਾਂ। ਮਹਾਰਾਜ ਤੁਹਾਨੂੰ ਕਿਸੇ ਚੀਜ਼ ਦੀ ਤੰਗੀ ਤੁਰਸ਼ੀ ਕਦੀ ਨਾ ਆਉਣ ਦੇਵੇ। ਪਰ ਹੁਣ ਲਾਕਡਾਊਨ ਕਰਕੇ ਸਾਰਿਆਂ ਲਈ ਮੁਸ਼ਕਲਾਂ ਹੈਗੀਆਂ ਨੇ। ਬੜੀ ਮੁਸ਼ਕਲ ਜੀ ਹੋਈ ਹੈ ਘਰੋਂ ਦੀ। ਚਲੋ ਕੋਈ ਨਹੀਂ, ਜੋ ਵੀ ਅਸੀਂ ਤੇ ਆਨੇ ਪਰਮਾਤਮਾ ਚਲੋ ਰੋਟੀ ਦੇਈ ਜਾਵੇ, ਹੋਰ ਕੀ ਆਹ ਕਰਨਾ ਵਾ। ਜੋ ਟਾਈਮ ਤਾਂ ਲੰਘ ਗਿਆ, ਜਿਹੜੇ ਔਖੇ ਟਾਈਮ ਚਲੋ ਲੰਘ ਗਏ ਨੇ, ਇੰਨਾ ਹੀ ਚਲੋ ਅਸੀਂ ਆਪਣੇ ਘਰ ਬੈਠੇ ਹਾਂ। ਕਦੀ ਮਨ 'ਚ ਰੋਸ ਆਉਂਦਾ ਵੀ ਜਿਹੜੇ ਉਹਨਾਂ ਦੇ ਨਾਲ ਦੇ ਸਨ ਜਾਂ ਜਿਹੜੇ ਬੜੇ ਖਾਲਿਸਤਾਨ ਦੀ ਗੱਲ ਕਰਦੇ ਹਨ, ਕੋਈ ਬੌੜਿਆ ਹੀ ਨਹੀਂ ਮਗਰੋਂ? ਆਉਂਦਾ ਜੇ ਕਿ ਵੀ ਇਹ ਰਸਤੇ ਤੋਰਨ ਵਾਲੇ ਜਿਹੜੇ ਉਹ ਰਜੀਂਦੇ ਉਹ ਜੀਂਦੇ ਫਿਰਦੇ ਆ। ਹੁਣ ਮਲਕੀਤ ਕਿੰਨਾ ਆਪਣੇ 'ਚ ਨਾਮੀ ਬੰਦਾ ਹੈਗਾ, ਉਹ ਵੀ ਜੀਂਦਾ ਤੁਰਿਆ ਫਿਰਦਿਆ। ਇਹ ਸਾਡੇ ਲਾਗੋਂ ਨੰਗਲ ਦੇ 2 ਮੁੰਡੇ ਚੰਗੇ ਭਲੇ ਆਪਣੇ ਘਰ ਵਰਸਣ ਦੇ ਸਭ ਕੁਝ। ਤੇ ਕਦੀ ਬਾਤ ਹੀ ਨਹੀਂ ਉਹਨਾਂ ਪੁੱਛੀ। ਵਰਸੀ ਕਰਾਈ ਤੇ ਸੁਣਾ ਦੇ ਕੇ ਤਾਂ ਵੀ ਨਹੀਂ ਆਏ।
ਆਏ ਨਹੀਂ, ਕਦੇ ਪਤਾ ਹੀ ਨਹੀਂ ਉਹਨਾਂ ਨੂੰ। ਚਲੋ ਕੋਈ ਨਹੀਂ, ਜੋ ਉਹਨਾਂ ਦਾ ਰੋਲ ਸੀ ਉਹਨਾਂ ਨੇ ਆਪਣੇ ਤਰੀਕੇ ਨਾਲ ਨਿਭਾਇਆ ਤੇ ਹੁਣ ਵੀ ਗਾਂ ਨਿਭਾਉਣ ਡਏ ਆ। ਜੋ ਸਾਡੀ ਸਤਿਗੁਰੂ ਨੇ ਡਿਊਟੀ ਲਾਈ ਆ, ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਜੀ ਤੁਹਾਡੇ ਵਰਗੇ ਪਰਿਵਾਰਾਂ ਦੀ ਸੇਵਾ ਕਰਨ ਦੀ। ਤੇ ਸਿੱਧਾ ਪਰਿਵਾਰਾਂ ਦੇ ਤਾਂ ਇਹੋ ਹੀ ਆ ਵੀ ਤੁਹਾਡੇ ਆਸਰੇ ਹੀ ਆ। ਨਹੀਂ ਜੀ, ਸਤਿਗੁਰੂ ਦਾ ਆਸਰਾ ਵਾ। ਕੋਈ ਨਹੀਂ ਜੇ ਪੁੱਛਦਾ, ਬਾਕੀ ਲੋਕ ਨਹੀਂ ਮੰਨਦੇ ਇਹ ਗੱਲ ਨੂੰ, ਸ਼ਹੀਦਾਂ ਨੂੰ ਨਹੀਂ ਮੰਨਦੇ ਲੋਕ, ਕੋਈ ਨਹੀਂ। ਕਹਿੰਦੇ ਸ਼ਹੀਦ ਆਹੋ ਸ਼ਹੀਦ। ਇੱਕ ਵਕਤ ਆਏਗਾ ਜੀ ਤੁਹਾਡੇ ਵਰਗੇ ਪਰਿਵਾਰਾਂ ਦਾ ਕੋਈ ਮੁੱਲ ਪਾਉਣ ਵਾਲਾ ਆਏਗਾ, ਸਾਡਾ ਕੋਈ ਨੇਤਾ, ਕੋਈ ਸਾਡਾ ਲੀਡਰ ਸਤਿਗੁਰੂ ਭੇਜਣਗੇ ਤੇ ਉਹ ਫਿਰ ਤੁਹਾਡੇ ਵਰਗੇ ਪਰਿਵਾਰਾਂ ਨੂੰ ਜਿਹੜਾ ਉਹ ਮਾਣ ਤਾਣ ਦੇਵੇਗਾ। ਵਕਤ ਆਏਗਾ ਜੀ, ਅਜੇ ਸਤਿਗੁਰੂ ਕਿਰਪਾ ਕਰਨਗੇ, ਜਲਦੀ ਉਹ ਵਕਤ ਆ ਜਾਏਗਾ। ਬਹੁਤ ਕੁਛ ਆ ਇਹਨਾਂ ਪਰਿਵਾਰਾਂ ਦੇ ਜੀਵਨ ਦੇ ਵਿੱਚ, ਕਿਉਂਕਿ 32 ਸਾਲ ਦੀ ਜ਼ਿੰਦਗੀ ਨੂੰ 32 ਮਿੰਟ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਹੈ। ਤੇ ਪਤਾ ਨਹੀਂ ਕਿੱਦਾਂ ਇਹਨਾਂ ਬੱਚੀਆਂ ਨੇ ਕਦੀ ਬਾਪ ਦੀ ਗੱਲ ਕੀਤੀ ਹੋਏਗੀ, ਮਾਂ ਨਾਲ, ਵੀ ਸਾਡਾ ਪਿਓ ਕਿੱਥੇ ਆ, ਕਿਉਂ ਨਹੀਂ ਆਉਂਦਾ। ਵਿਆਹ ਸ਼ਾਦੀ ਦਿਨ ਦਿਹਾੜ ਤੇ ਕਦੀ ਯਾਦ ਆਉਂਦੀ ਹੋਏਗੀ ਧੀਆਂ ਨੂੰ। ਅੱਜ ਵੀ ਇਹ ਕਮੀ ਤੇ ਹਮੇਸ਼ਾ ਧੀਆਂ ਨੂੰ ਮਹਿਸੂਸ ਹੁੰਦੀ ਆ। ਹੁੰਦੀ ਆ ਕਿ ਹੁਣ ਮਗਰ ਨਾ ਕੋ ਜਾਵੇ ਹਾਂਜੀ ਹਾਂਜੀ, ਤੇ ਕਿੰਨਾ ਹੁੰਦਾ, ਰੀਝ ਆਉਂਦੀ ਵੇਖ ਕੇ। ਦਿਨ ਦਿਹਾੜ ਫਿਰ ਜਿੰਨੇ ਕੁ ਜੋਗੇ ਪਹੁੰਚਦੇ ਹੋ ਆਪ ਹੀ, ਕਿ ਹੈ ਕੋਈ ਪੁੱਤ ਭਤੀਆ ਭਣੇਵਾ ਕੋਈ ਹੋਰ? ਉਹ ਮੈਂ ਕਿ ਜਾਣੋ ਆਪ ਆ ਜਾਂਦੇ ਨੇ ਤੇ ਮੇਰੇ ਕੋਲ ਦਿਨ ਦਿਹਾੜ ਉਹ ਆਪ ਆਉਂਦੇ ਨੇ। ਕਿਤੇ ਚੰਗੇ ਖਾਨਦਾਨਾਂ ਦੇ ਵਿੱਚ ਗਈਆਂ ਨੇ ਧੀਆਂ ਤੋਂ, ਬਹੁਤ ਖਾਨਦਾਨ ਨੇ ਵਧੀਆ, ਬਹੁਤ ਪਰਿਵਾਰ ਵੀ ਬਹੁਤ। ਜਿਹੜੇ ਦਿਨ ਦਿਹਾੜ ਦੇ ਵਿੱਚ ਮਤਲਬ ਉਹ ਸੋਚਦੇ ਆ ਵੀ ਆਪ ਅਸੀਂ ਆ ਜਾਂਦੇ, ਜਿਉਂਦੇ ਵਸਦੇ ਰਹਿਣ। ਹਾਂਜੀ, ਬਹੁਤ ਇਸ ਗੱਲੋਂ ਮਨ ਬੜਾ ਖੁਸ਼ ਹੋਇਆ ਕਿ ਤੁਹਾਡੇ ਜਵਾਈ ਨਹੀਂ ਗਏ, ਉਹ ਤੁਹਾਡੇ ਪੁੱਤ ਨੇ। ਬਹੁਤ ਵਧੀਆ, ਉਹਨਾਂ ਕਦੀ ਇਹ ਹੋਇਆ ਨਹੀਂ ਵੀ ਦੇਣ ਵਾਲੇ ਤੇ ਵੀ ਉਹ ਬੈਠੀਆਂ ਹੋਣਗੀਆਂ, ਉਹ ਆਪ ਆਉਂਦੇ ਲੈ ਕੇ ਸਭ ਕੁਝ। ਇੰਨਾ ਹੀ ਬੜਾ ਬਹੁਤ। ਚਲੋ ਬਹੁਤ ਸ਼ੁਕਰੀਆ ਜੀ। ਇਹ ਇਸ ਪਰਿਵਾਰ ਸ਼ਹੀਦ ਭਾਈ ਮਨਜੀਤ ਸਿੰਘ ਜੀ ਦਾ ਪਿੰਡ ਡਿਆਲ ਪੜੰਗ, ਜ਼ਿਲ੍ਹਾ ਅੰਮ੍ਰਿਤਸਰ, ਜਿਨ੍ਹਾਂ ਦੇ ਬਾਰੇ ਬੀਬੀ ਸੰਦੀਪ ਕੌਰ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਸੀ ਤੇ ਅੱਜ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਇਸ ਪਰਿਵਾਰ ਦੇ ਦੁੱਖਾਂ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕੀਤੀ ਆ। ਬੜੇ ਪਰਿਵਾਰ ਨੇ, ਔਰ ਇੱਕ ਗੱਲ ਜਿਹੜੀ ਮੈਨੂੰ ਕਈ ਸਾਲ ਹੋ ਗਏ ਨੇ ਸ਼ਹੀਦ ਪਰਿਵਾਰਾਂ ਦੇ ਘਰਾਂ 'ਚ ਜਾਂਦਿਆਂ, ਜਿੱਥੇ ਕਿਤੇ ਸ਼ਹੀਦ ਸਿੰਘ ਦੇ ਬਾਕੀ ਭਰਾ ਵੱਡੇ ਛੋਟੇ ਹੈਗੇ ਸੀ ਨਾ, ਉਹਨਾਂ ਨੇ ਆਪਣੇ ਫਰਜ਼ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਦੇ ਪ੍ਰਤੀ ਇਮਾਨਦਾਰੀ ਨਾਲ ਨਹੀਂ ਨਿਭਾਏ। ਜੇ ਕੋਈ ਥੋੜ੍ਹੀ ਬਹੁਤੀ ਜ਼ਮੀਨ ਦਾ ਟੁਕੜਾ ਸੀ ਤੇ ਉਹਨਾਂ ਕੋਸ਼ਿਸ਼ ਕੀਤੀ ਵੀ ਇਹ ਜਿਹੜੀਆਂ ਇਹਨਾਂ ਦੀਆਂ ਘਰ ਵਾਲੀਆਂ ਬੱਚੇ ਲੈ ਕੇ ਕਿਤੇ ਭੱਜ ਜਾਣ ਜਾਂ ਕਿਤੇ ਹੋਰ ਵਿਆਹ ਕਰਾ ਲੈਣ, ਤੇ ਜੇ ਉਹ ਟਿਕੀਆਂ ਰਹੀਆਂ ਨੇ ਉੱਥੇ ਬੈਠੀਆਂ ਰਹੀਆਂ ਘਰ ਦੇ ਵਿੱਚ, ਤੇ ਫਿਰ ਉਹਨਾਂ ਨੂੰ ਬੜੀਆਂ ਤੰਗੀਆਂ ਤੁਰਸ਼ੀਆਂ ਦਾ ਸਾਹਮਣਾ ਕਰਨਾ ਪਿਆ। ਇਹ ਬਹੁਤ ਇੱਕ ਪਰਿਵਾਰ ਦਾ ਨਹੀਂ ਜਿਹੜੀ ਗੱਲ ਇਹਨਾਂ ਕੀਤੀ ਆ, ਇਹ ਬਹੁਤ ਸਾਰੇ, ਮੈਂ ਸਮਝਦਾ 90% ਪਰਿਵਾਰਾਂ ਨਾਲ, ਕਿਤੇ 10% ਪਰਿਵਾਰ ਐਸੇ ਨੇ ਜਿਨ੍ਹਾਂ ਭਰਾਵਾਂ ਨੇ ਆਪਣੇ ਸ਼ਹੀਦ ਹੋ ਚੁੱਕੇ ਭਰਾ ਦੇ ਪਰਿਵਾਰ ਦੀ ਪੂਰੀ ਪੁਸ਼ਤ ਪਨਾਹੀ ਕੀਤੀ ਆ। ਵਿਦੇਸ਼ਾਂ ਤੱਕ ਲੈ ਕੇ ਗਏ ਨੇ ਉਹਨਾਂ ਨੂੰ, ਬੱਚਿਆਂ ਨੂੰ ਪੜ੍ਹਾਇਆ ਵਾ, ਜ਼ਿੰਦਗੀ 'ਚ ਸੈਟਲ ਕੀਤਾ। ਇਸ ਤਰ੍ਹਾਂ ਦੇ ਵੀ ਪਰਿਵਾਰਾਂ ਨੂੰ ਅਸੀਂ ਜਾਣਦੇ ਹਾਂ। ਪਰ ਬਹੁਤੇ ਪਰਿਵਾਰ ਜਿਹੜੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਜ਼ਿਆਦਾ ਹੀ ਮਤਲਬ ਇਹਨਾਂ ਨਾਲ ਜਿਹੜਾ ਨਾ ਦਵੈਸ਼ ਵਾਲਾ ਵਤੀਰਾ ਇਹਨਾਂ ਨਾਲ ਰੱਖਿਆ। ਪਰ ਚਲੋ ਹਰ ਬੰਦੇ ਦੀ ਕਿਸਮਤ ਆਪੋ ਆਪਣੀ ਹੁੰਦੀ ਹੈ। ਧੀਆਂ ਆਪਣੇ ਘਰ ਚਲ ਗਈਆਂ, ਚੰਗੇ ਵਰ ਘਰ ਮਿਲ ਗਏ। ਹੁਣ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਜ ਇਹ ਪਰਿਵਾਰ ਸਾਡੀ ਜਥੇਬੰਦੀ ਦੇ ਵੀ ਨੋਟਿਸ 'ਚ ਆ ਗਿਆ। ਬੀਬੀ ਸੰਦੀਪ ਕੌਰ ਜੀ ਪਹਿਲਾਂ ਹੀ ਇਸ ਪਰਿਵਾਰ ਦੀ ਯਥਾ ਸੰਭਵ ਜਿਹੜੀ ਆ ਉਹ ਸੇਵਾ ਕਰਦੇ ਰਹੇ ਨੇ, ਤੇ ਅੱਗੇ ਤੋਂ ਅਸੀਂ ਵੀ ਇਹਨਾਂ ਦਾ ਸਾਥ ਦੇਣ ਦਾ ਯਤਨ ਕਰਾਂਗੇ। ਇਸ ਤਰ੍ਹਾਂ ਦੇ ਪਰਿਵਾਰ ਜਦੋਂ ਵੀ ਕਿਤੇ ਸਾਡੀ ਕੋਈ ਸਟੋਰੀ ਵੇਖਦੇ ਸੁਣਦੇ ਨੇ, ਉਹ ਸਾਨੂੰ ਸਾਡੇ ਨੰਬਰ 98140 99737 'ਤੇ ਕੰਟੈਕਟ ਕਰਨ, 9814099737 ਤੇ ਜਿਹੜਾ ਸਾਨੂੰ ਸੰਪਰਕ ਕਰਿਓ। ਕਿਉਂਕਿ ਹੁਣ ਸਾਨੂੰ ਪਰਿਵਾਰ ਲੱਭਣੇ ਨਹੀਂ ਪੈਂਦੇ, ਬਲਕਿ ਪਰਿਵਾਰ ਸਾਨੂੰ ਲੱਭ ਲੈਂਦੇ ਨੇ। ਇਸ ਕਰਕੇ ਜਿੱਥੇ ਵੀ ਕਿਤੇ ਤੋਂ ਕੋਈ ਸ਼ਹੀਦ ਪਰਿਵਾਰ ਤੁਹਾਡੇ ਨਜ਼ਰ 'ਚ ਹੋਵੇ, ਉਹਨਾਂ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੋਵੇ, ਹੁਣ ਖਾਸ ਕਰਕੇ ਦੀਸ ਡੇਜ਼ ਲਾਕਡਾਊਨ ਦਾ ਕਰਕੇ ਬੜੀਆਂ ਮੁਸ਼ਕਲਾਂ ਨੇ ਸਾਡੇ ਸ਼ਹੀਦ ਪਰਿਵਾਰਾਂ ਨੂੰ, ਸਾਡੇ ਧਿਆਨ ਹਿੱਤ ਲਿਆਂਦਾ ਜਾਵੇ। ਅਸੀਂ ਯਥਾ ਸੰਭਵ ਸੇਵਾ ਕਰਨ ਦਾ ਯਤਨ ਕਰਦੇ ਰਹਾਂਗੇ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਬੀਬੀ ਹਰਜੀਤ ਕੌਰ ਜੀ ਦੇ ਨਾਲ ਗੱਲਬਾਤ ਤੁਸੀਂ ਸਾਡੀ ਸੁਣ ਰਹੇ ਸੀਗੇ, ਤੇ ਇਸ ਵਕਤ ਸ਼ਹੀਦ ਭਾਈ ਮਨਜੀਤ ਸਿੰਘ ਦੀ ਬੇਟੀ ਸੁਮਨਦੀਪ ਵੀ ਇੱਥੇ ਹੀ ਘਰ ਦੇ ਵਿੱਚ ਹੀ। ਸਾਡਾ ਦਿਲ ਕੀਤਾ ਕਿ ਇਸ ਧੀ ਦੇ ਨਾਲ ਵੀ ਗੱਲ ਜ਼ਰੂਰ ਕਰੀਏ, ਇਹਦੇ ਬਾਪ ਦੀਆਂ ਕੁਝ ਗੱਲਾਂ, ਕੁਝ ਯਾਦਾਂ ਇਹਦੇ ਨਾਲ ਸਾਂਝੀਆਂ ਕਰੀਏ। ਸਭ ਤੋਂ ਛੋਟੀ ਹੈ ਘਰ ਦੇ ਵਿੱਚ, ਤੇ ਇਹ ਕੀ ਕਹਿਣਾ ਚਾਹੁੰਦੀ ਹੈ ਆਪਣੇ ਬਾਪ ਦੀ ਉਸ
ਯਾਦ ਦੇ ਬਾਰੇ ਕਿਵੇਂ ਯਾਦ ਕਰਦੀ ਹੈ। ਆਓ ਗੱਲ ਕਰਦੇ ਹਾਂ ਬੇਟੀ ਸੁਮਨਦੀਪ ਕੌਰ ਦੇ ਨਾਲ। ਬੇਟਾ ਸੁਮਨਦੀਪ, ਸਭ ਤੋਂ ਪਹਿਲਾਂ ਤੇ ਤੁਸੀਂ ਸਭ ਤੋਂ ਛੋਟੇ ਹੋ? ਹਾਂਜੀ। ਆਪਣੇ ਬਾਪ ਨੂੰ ਵੇਖਿਆ? ਨਹੀਂ, ਫੋਟੋ ਤੇ ਵੇਖਿਆ ਬਸ। ਕਿੰਨੀ ਉਮਰ ਸੀ ਜਦੋਂ ਉਹ ਸ਼ਹੀਦ ਹੋ ਗਏ? ਮੈਂ 2 ਸਾਲ ਦੀ ਹਾਂ। ਸ਼ਕਲ ਵੀ ਯਾਦ ਨਹੀਂ? ਨਹੀਂ, ਮੈਂ ਵੇਖਿਆ ਹੀ ਨਹੀਂ, ਮੈਂ ਬਸ ਫੋਟੋ ਤੇ ਵੇਖਿਆ। ਕਦੀ ਕੋਈ ਦਿਨ ਦਿਹਾੜ, ਵਿਆਹ ਸ਼ਾਦੀ ਵੀ ਹੋਇਆ, ਭੈਣਾਂ ਵੀ ਵਿਆਹੀਆਂ, ਕੋਈ ਐਸਾ ਪਲ ਜਦੋਂ ਬਾਪ ਦੀ ਯਾਦ ਨਾ ਆਈ ਹੋਵੇ? ਉਹਨਾਂ ਦੀ ਯਾਦ ਤੇ ਬਹੁਤ ਆਉਂਦੀ ਹੈ। ਕਦੀ ਕਿਸੇ ਚਾਚੇ ਤਾਏ ਦੇ ਵਿੱਚੋਂ ਬਾਪ ਨਜ਼ਰ ਨਹੀਂ ਆਇਆ? ਨਹੀਂ। ਕਦੀ ਕਿਸੇ ਚਾਚੇ ਤਾਏ ਨੇ ਕਿਤੇ ਬਾਪ ਵਾਂਗੂ ਸਿਰ ਤੇ ਹੱਥ ਰੱਖਿਆ ਹੋਵੇ? ਨਹੀਂ, ਉਹਨਾਂ ਨੇ ਕਦੀ ਪੁੱਛਿਆ ਵੀ ਨਹੀਂ ਆ ਕੇ ਵੀ ਤੁਹਾਡੇ ਕੋਲ ਕੁਝ ਹੈਗਾ ਜਾਂ ਨਹੀਂ ਹੈਗਾ। ਕਦੀ ਰੱਬ ਨਾਲ ਗਿਲਾ ਕੀਤਾ? ਬਹੁਤ ਜ਼ਿਆਦਾ ਕਿ ਰੱਬਾ ਤੂੰ ਇਦਾਂ ਕਿਉਂ ਕੀਤਾ। ਸੁਮਨਦੀਪ ਦੀ ਮਾਤਾ ਦੇ ਨਾਲ ਗੱਲ ਕਰਦਿਆਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੇਰੀਆਂ ਬੇਟੀਆਂ ਆਪਣੇ ਘਰਾਂ ਦੇ ਵਿੱਚ ਬੜੀਆਂ ਖੁਸ਼ ਨੇ, ਪਰ ਗੱਲਬਾਤ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੇਟੀ ਸੁਮਨਦੀਪ ਕੌਰ ਜਿਹੜੀ ਆ ਇਹਦੀ ਸਹੁਰਿਆਂ ਦੇ ਨਾਲ ਕੋਈ ਬਣ ਨਹੀਂ ਆਈ ਤੇ ਉੱਥੋਂ ਇਹਦਾ ਡਾਈਵੋਰਸ ਹੋ ਗਿਆ। ਹੁਣ ਦੋਨੋਂ ਮਾਂ ਬੇਟੀ ਹੀ ਇਸ ਘਰ ਦੇ ਵਿੱਚ ਰਹਿੰਦੀਆਂ ਨੇ। ਇੱਕ ਬੇਟਾ ਹੈ ਸੁਮਨ ਦਾ, ਜਿਹੜਾ 12 ਕੁ ਸਾਲ ਦਾ ਪੜ੍ਹਦਾ ਹੈ। ਤੇ ਇਹ ਗੱਲ ਹੋਰ ਤਕਲੀਫ ਦੇ ਆ ਭਈ ਕਦੀ ਸਹੁਰੇ ਘਰ ਦੇ ਵਿੱਚ ਇਸ ਗੱਲ ਦਾ ਅਹਿਸਾਸ ਕਰਾਇਆ ਗਿਆ ਕਿ ਤੇਰਾ ਬਾਪ ਇੱਕ ਖਾੜਕੂ ਸੀ ਕਿ ਅੱਤਵਾਦੀ ਸੀ? ਕੀ ਕਹਿੰਦੇ ਸੀ? ਉਹਨਾਂ ਨੂੰ ਨਹੀਂ ਇਹ ਗੱਲ ਦਾ ਅਹਿਸਾਸ ਹੈਗਾ। ਉਹਨਾਂ ਨੂੰ ਇਸ ਗੱਲ ਦਾ ਨਹੀਂ ਵੀ ਇਹ ਸ਼ਹੀਦ ਪਰਿਵਾਰ ਦੀ ਬੱਚੀ ਹੈ? ਉਹਨਾਂ ਨੂੰ ਇਹ ਗੱਲ ਦਾ ਕੋਈ ਅਹਿਸਾਸ ਨਹੀਂ ਹੈਗਾ ਵੀ ਇਹ ਦੁਖੀ ਆ, ਵੀ ਇਹ ਕਿੰਨੀ ਕੁ ਦੁਖੀ ਹੋਊਗੀ ਪਿੱਛੋਂ। ਕੁਝ ਲੋਕ ਨੇ ਜਿਹੜੇ ਸ਼ਹੀਦ ਪਰਿਵਾਰਾਂ ਦੀ ਬੜੀ ਕਦਰ ਕਰਦੇ ਆ। ਬੇਟਾ, ਅਸੀਂ ਇਹ ਗੱਲ ਕਵਾਂਗੇ, ਲੰਬਾ ਸਫ਼ਰ ਹੈ, ਤੁਹਾਡਾ ਬੇਟਾ ਹੈ, ਤੁਸੀਂ ਇਸ ਗੱਲ ਨੂੰ ਭਲੀ ਭਾਂਤ ਜਾਣਦੇ ਹੋ ਕਿ ਬਾਪ ਤੋਂ ਬਿਨਾਂ ਕਿਵੇਂ ਜ਼ਿੰਦਗੀ ਗੁਜ਼ਰੀ। ਕਈ ਵਾਰੀ ਬਾਪ ਤੇ ਬਾਪ ਹੀ ਹੁੰਦਾ। ਅੱਜ ਤੁਹਾਡਾ ਬੇਟਾ ਤੇ ਸੇਮ ਪੋਜੀਸ਼ਨ ਬਣ ਗਈ ਹੈ। ਅਸੀਂ ਤੁਹਾਨੂੰ ਇਹ ਰਿਕੁਐਸਟ ਕਰਾਂਗੇ ਕਿ ਸਤਿਗੁਰੂ ਇਹ ਇਜਾਜ਼ਤ ਦਿੰਦੇ ਨੇ, ਸਾਨੂੰ ਕੋਈ ਸਾਡਾ ਧਰਮ, ਕੋਈ ਮਰਿਆਦਾ ਸਾਨੂੰ ਇਸ ਗੱਲ ਤੋਂ ਮਨਾਹੀ ਨਹੀਂ ਕਰਦੀ। ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ, ਬੇਟਾ ਤੁਸੀਂ ਨਵੀਂ ਜ਼ਿੰਦਗੀ ਬਾਰੇ ਜ਼ਰੂਰ ਸੋਚਣਾ। ਤੁਸੀਂ ਸਿਰਫ ਆਪਣੇ ਬੇਟੇ ਦੀ ਖੁਸ਼ੀ ਮੈਂ ਲਈ, ਸਿਰਫ ਬੇਟੇ ਬਾਰੇ ਹੀ ਸੋਚਦੀ ਵੀ ਹਾਏ ਉਹਨੂੰ ਨਾ ਧੋਖਾ ਮਿਲੇ। ਵੀ ਮੈਨੂੰ ਤੇ ਅਪਣਾਉਣ ਨੂੰ ਬੜੇ ਜਾਣੇ ਅਪਣਾ ਲੈਣਗੇ, ਪਰ ਉਹਦੇ ਨਾਲ ਨਾ ਕਿਤੇ ਧੋਖਾ ਹੋ ਜੇ, ਬਸ ਇਸ ਕਰਕੇ ਇਹੀ ਸੋਚਦੀ ਹਾਂ। ਕੋਈ ਗੱਲ ਨਹੀਂ, ਇੱਥੇ ਬੜੇ ਲੋਕ ਨੇ, ਬੜੇ ਸਤਿਗੁਰੂ ਦੇ ਭੈ 'ਚ ਰਹਿਣ ਵਾਲੇ ਲੋਕ, ਜਿਹੜੇ ਤੁਹਾਨੂੰ ਤੁਹਾਡੇ ਬੇਟੇ ਸਮੇਤ ਐਕਸੈਪਟ ਕਰਨਗੇ। ਸਗੋਂ ਇਸ ਗੱਲ ਦਾ ਉਹਨਾਂ ਨੂੰ ਮਤਲਬ ਹੋਏਗਾ, ਕਿਉਂਕਿ ਇਹ ਕਿਤੇ ਪੁੱਤਰ ਹੱਟਾਂ ਤੇ ਥੋੜ੍ਹਾ ਵਿਕਦੇ ਆ। ਹਾਂਜੀ, ਇਹ ਤੇ ਕਰਮਾਂ ਵਾਲਿਆਂ ਨੂੰ ਇਹ ਕਿਤੇ ਹੀਰੇ ਮਿਲਦੇ ਨੇ, ਇਹ ਪੁੱਤਰ ਮਿਲਦੇ ਨੇ। ਤੇ ਹੈਗੇ ਨੇ ਇਸ ਤਰ੍ਹਾਂ ਦੇ ਪਰਿਵਾਰ ਸਾਡੇ ਕੋਲ ਵੀ, ਸਾਨੂੰ ਵੀ ਰੋਜ਼ ਫੋਨ ਕਾਲਸ ਕਰਦੇ ਆ। ਤੁਸੀਂ ਆਪਣੇ ਜੇਨ 'ਚ ਜ਼ਰੂਰ ਰੱਖਿਓ, ਸਤਿਗੁਰੂ ਕਿਰਪਾ ਕਰਨਗੇ ਤੇ ਚੰਗੀ ਜ਼ਿੰਦਗੀ, ਕੋਈ ਚੰਗਾ, ਜਿਸ ਤਰ੍ਹਾਂ ਬਾਕੀ ਤੁਹਾਡੀਆਂ ਭੈਣਾਂ ਨੇ। ਹੁਣ ਉਹ ਜਿਸ ਤਰ੍ਹਾਂ ਮਾਤਾ ਜੀ ਨੇ ਦੱਸਿਆ ਕਿ ਕਿਵੇਂ ਉਹ ਮੇਰੇ ਪੁੱਤਰ ਹੀ ਨੇ, ਕੋਈ ਇਸ ਤਰ੍ਹਾਂ ਦਾ ਹੀ ਕੋਈ ਤੁਹਾਡਾ ਕੋਈ ਨਵਾਂ ਜੀਵਨ ਸਾਥੀ ਤੁਹਾਡੀ ਮਾਂ ਦਾ ਪੁੱਤਰ ਬਣ ਜੇ, ਉਸ ਬਾਪ ਦਾ, ਤੁਹਾਡੇ ਬੱਚੇ ਦਾ ਬਾਪ ਬਣ ਜੇ, ਤੇ ਕਿੱਡਾ ਵੱਡਾ ਆਸਰਾ ਹੋ ਜਾਊਗਾ। ਬਾਕੀ ਜ਼ਿੰਦਗੀ ਹੈ ਕਿ ਜਦੋਂ ਵੀ ਕਿਤੇ ਤੁਹਾਨੂੰ ਦਿਨ ਦਿਹਾੜ ਆਇਆ, ਕੋਈ ਖੁਸ਼ੀ ਗਮੀ ਆਈ, ਤੇ ਤੁਹਾਨੂੰ ਬਾਪ ਦੀ ਕਮੀ ਮਹਿਸੂਸ ਹੋਈ ਹੈ? ਬਹੁਤ ਜ਼ਿਆਦੀ, ਬਹੁਤ ਹੀ ਜ਼ਿਆਦੀ। ਹੁਣ ਆ ਜਿਹੜਾ ਤੁਹਾਡੇ ਨਾਲ ਇਹ ਹਾਦਸਾ ਵਾਪਰਿਆ ਵੀ ਸਹੁਰਿਆਂ ਤੋਂ ਡਾਈਵੋਰਸ ਹੋ ਗਿਆ, ਹੁਣ ਤੇ ਹੋਰ ਲੱਗਾ ਹੋਊ ਵੀ ਅੱਜ ਮੇਰਾ ਬਾਪ ਘਰ ਹੁੰਦਾ ਤੇ ਮੈਂ ਆਣ ਕੇ ਬਹਿ ਜਾਂਦੀ ਵੀ ਠੀਕ ਹੈ, ਮੇਰਾ ਬਾਪ ਹੈਗਾ, ਮੇਰਾ ਆਸਰਾ। ਹਾਂਜੀ, ਨਾ ਕੋਈ ਭਰਾ ਹੀ ਤੇ ਨਾ ਡੈਡੀ ਰਹੇ। ਤੁਸੀਂ ਬੇਟਾ ਸਾਨੂੰ ਫੋਨ ਕੀਤਾ ਸੀਗਾ ਵੀ ਜਿੰਨੀ ਜਲਦੀ ਹੋ ਸਕਦਾ ਸਾਡੇ ਘਰ ਆਓ, ਅਸੀਂ ਬੜੀ ਮੁਸ਼ਕਲ ਦੇ ਵਿੱਚ ਹਾਂ। ਕੀ ਲੱਗਦਾ ਸੀ, ਘਰ ਦੇ ਵਿੱਚ ਕੋਈ ਰਾਸ਼ਨ ਦੀ ਪ੍ਰੋਬਲਮ ਸੀ ਜਾਂ ਕੋਈ ਪੈਸੇ ਧੇਲੇ ਦੀ ਮੁਸ਼ਕਲ ਸੀ?
ਹਾਂਜੀ ਕਿਉਂਕਿ ਸ਼ਾਇਦ ਤੁਹਾਡੀ ਮੰਮੀ ਨੇ ਸਾਰੀਆਂ ਗੱਲਾਂ ਨਹੀਂ ਸਾਡੇ ਨਾਲ ਕਲੀਅਰ ਕੀਤੀਆਂ। ਤੁਸੀਂ ਸਾਨੂੰ ਸੱਚ ਦੱਸੋ, ਕਿਉਂਕਿ ਸਾਰੀ ਸੰਗਤ ਸੁਣ ਰਹੀ ਹੈ ਔਰ ਸੰਗਤ ਤੁਹਾਡੇ ਵਰਗੇ ਸ਼ਹੀਦ ਪਰਿਵਾਰਾਂ ਦੀ ਬੜੀ ਕਦਰ ਕਰਦੀ ਹੈ। ਹਾਂਜੀ ਸੌਦਾ ਵੀ ਖਤਮ ਹੋ ਗਿਆ ਸੀ। ਮੈਂ ਆਪਣੀ ਵੱਡੀ ਦੀਦੀ ਨੂੰ ਵੀ ਫੋਨ ਕੀਤਾ ਸੀ, ਉਹ ਕਹਿੰਦੇ ਕੋਈ ਨਹੀਂ ਥੋੜੇ ਕੁ ਦਿਨ ਤੱਕ ਦੇ ਜਾਾਂਗੇ। ਪਹਿਲਾਂ ਵੀ ਚਲੋ ਦੇ ਕੇ ਜਾਂਦੇ ਨੇ। ਕੁਝ ਲੋਕ ਇਸ ਤਰ੍ਹਾਂ ਦੇ ਕੋਈ ਸਦਕ ਭਰੋਸੇ ਵਾਲੇ ਹੁੰਦੇ ਨੇ ਕਿ ਸੁਮਨਦੀਪ ਦੀ ਮਾਤਾ ਨੇ ਬੀਬੀ ਹਰਜੀਤ ਕੌਰ ਨੇ ਕੋਈ ਗੱਲ ਕੀਤੀ ਸਾਡੇ ਨਾਲ ਕਿ ਘਰ 'ਚ ਰਾਸ਼ਨ ਨਹੀਂ ਸੀ ਹੈਗਾ ਜਾਂ ਘਰ 'ਚ ਪੈਸੇ ਨਹੀਂ ਸੀ ਹੈਗੇ, ਪਰ ਬੇਟੀ ਨੂੰ ਪਤਾ ਸੀ। ਇਹਨਾਂ ਨੇ ਸਾਨੂੰ ਫੋਨ ਕੀਤਾ, ਬੀਬੀ ਸੰਦੀਪ ਕੌਰ ਦੇ ਰਾਹੀਂ ਸਾਡੇ ਨਾਲ ਇਸ ਪਰਿਵਾਰ ਦਾ ਸੰਪਰਕ ਬਣਿਆ। ਕਦੀ ਮੁਸ਼ਕਲ ਪ੍ਰੋਬਲਮ ਜਿਹੜੀ ਆ ਬੀਬੀ ਸੰਦੀਪ ਕੌਰ ਜੀ ਨਾਲ ਵੀ ਸਾਂਝੀ ਕਰਦੇ ਹੋ ਤੇ ਕਿਤੇ ਨਾ ਕਿਤੇ ਮਦਦ ਹੋ ਜਾਂਦੀ ਹੈ। ਹਾਂਜੀ ਉਹਨਾਂ ਨੇ ਮਦਦ ਕੀਤੀ। ਮੈਂ ਉਹਨਾਂ ਨੂੰ ਫੋਨ ਕੀਤਾ ਸੀ, ਮੈਂ ਵੀ ਇੱਦਾਂ ਸੌਦਾ ਨਹੀਂ ਹੈਗਾ ਘਰੇ। ਠੀਕ ਹੈ, ਹਾਂਜੀ ਚਲੋ ਸਤਿਗੁਰ ਕਿਰਪਾ ਕਰਨਗੇ। ਅੱਜ ਤੋਂ ਬਾਅਦ ਤੁਹਾਡੇ ਕੋਲ ਸਾਡੇ ਨੰਬਰ ਆ ਗਿਆ। ਇਸ ਬੱਚੇ ਦੀ ਪੜ੍ਹਾਈ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ, ਕਿਸੇ ਤਰ੍ਹਾਂ ਦੀ ਕੋਈ ਦਵਾਈ ਦਾਰੂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ, ਅਸੀਂ ਕੋਸ਼ਿਸ਼ ਕਰਾਂਗੇ ਸੰਗਤ ਦੇ ਸਹਿਯੋਗ ਦੇ ਨਾਲ ਜੋ ਅਸੀਂ ਤੁਹਾਡੇ ਲਈ ਕਰ ਸਕਦੇ ਹਾਂ ਜ਼ਰੂਰ ਕਰਾਂਗੇ। ਹੋਰ ਕੋਈ ਗੱਲ ਤੇਰੇ ਮਨ 'ਚ ਅੱਜ ਕਰਨੀ ਚਾਹੁੰਦੇ ਹੋ ਤੇ ਤੁਹਾਡੀ ਸਾਰੀ ਪੂਰੀ ਸੰਗਤ ਸੁਣ ਰਹੀ ਹੈ। ਬਸ ਇਹੀ ਆ ਵੀ ਚਲੋ ਉਹ ਤੇ ਜਾਣ ਵਾਲੇ ਚਲ ਗਏ, ਪਰ ਸਾਡੇ ਚਾਚਿਆਂ ਨੇ ਬਹੁਤ ਵੱਡਾ ਧੋਖਾ ਕੀਤਾ ਸਾਡੇ ਨਾਲ। ਬੜੇ ਔਖੇ ਦਿਨ ਵੇਖੇ ਇੱਥੇ, ਬਹੁਤ ਹੀ ਔਖੇ। ਕਿਸ ਤਰ੍ਹਾਂ ਦੇ ਦਿਨ ਕੋਈ ਯਾਦ ਕਰਕੇ ਦੱਸੋ। ਕੋਈ ਐਸਾ ਦਿਨ ਸੀ ਜਿੱਦਣ ਇਸ ਘਰ 'ਚ ਰੋਟੀ ਨਾ ਭਰਾ ਪੱਕੀ? ਨਹੀਂ ਮਿਲਦਾ, ਕੋਈ ਪੜ੍ਹਾਈ ਨਹੀਂ ਕੀਤੀ, ਮਨ 'ਚ ਬੜੀਆਂ ਰੀਝਾਂ ਸੀ, ਸਾਰੀਆਂ ਰੀਝਾਂ ਇੱਦਾਂ ਰਹਿ ਗਈਆਂ ਵੀ ਪੜਾਂਗੇ ਕੁਝ ਬਣਾਂਗੇ, ਪਰ ਇੱਦਾਂ ਰਹਿ ਗਈਆਂ ਰੀਝਾਂ ਸਾਰੀਆਂ ਮਨ ਵਿੱਚ। ਮਨ ਦੇ ਵਿੱਚ ਚੰਗਾ ਕੱਪੜਾ ਪਾਉਣ ਦਾ ਸ਼ੌਂਕ ਦਿਨ ਦਿਹਾੜ ਕਿਸੇ ਵੱਲ ਵੇਖ ਕੇ ਤੇ ਹੁੰਦਾ ਹੀ ਸ਼ੌਂਕ, ਕੋਈ ਪਾਉਂਦਾ ਅਸੀਂ ਵੀ ਪਾਈਏ। ਅਸੀਂ ਸਾਰੇ ਤੁਹਾਡੇ ਨਾਲ ਆ, ਤੁਸੀਂ ਹੌਸਲਾ ਨਹੀਂ ਛੱਡਣਾ। ਉਹ ਸਾਰੇ ਕੁਝ ਦੇ ਮਾਲਕੀ ਜੇ ਅੱਜ ਹੁੰਦੇ ਤੇ, ਪਰ ਚਾਚਿਆਂ ਨੇ ਜੇ 3 ਕਿੱਲੇ ਹੀ ਖੋਲੀ ਸਾਡੇ ਕੋਲ। ਕੋਈ ਗੱਲ ਨਹੀਂ, ਜਿਨ੍ਹਾਂ ਦੀ ਮਰਲਾ ਵੀ ਨਹੀਂ ਨਾ ਹੁੰਦੀ ਉਹ ਵੀ ਕਈ ਵਾਰੀ ਵੱਡੀਆਂ ਗੱਡੀਆਂ 'ਚ ਘੁੰਮਦੇ ਨੇ ਨਾ, ਤੁਸੀਂ ਵੇਖਿਆ। ਹਾਂਜੀ ਸਤਿਗੁਰ ਕਿਰਪਾ ਕਰਨਗੇ, ਸਾਰੀਆਂ ਰੀਝਾਂ ਪੂਰੀਆਂ ਹੋਣਗੀਆਂ। ਬਸ ਤੁਸੀਂ ਆਪਣੇ ਜ਼ਿਹਨ 'ਚ ਰੱਖੋ। ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੱਥੋਂ ਤੱਕ ਸਾਡੀ ਸਾਰ ਲਈ ਆਣ ਕੇ। ਨਹੀਂ ਕੋਈ ਗੱਲ ਨਹੀਂ, ਅਸੀਂ ਤੇ ਮਤਲਬ ਸਮਝ ਲਓ ਇਹ ਸਾਡੀ ਖੁਸ਼ਕਿਸਮਤੀ ਆ ਕਿ ਸਾਨੂੰ ਤੁਹਾਡੇ ਵਰਗੇ ਦੁਖੀ ਪਰਿਵਾਰਾਂ ਦੇ ਦੁੱਖ ਸੁਣਨ ਦਾ ਮੌਕਾ ਮਿਲਦਾ ਤੇ ਨਾਲ ਸੰਗਤ ਤੱਕ ਪਹੁੰਚਾਉਣ ਦਾ ਮੌਕਾ ਮਿਲਦਾ, ਉਹਨਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਮਿਲਦਾ। ਇਹ ਸਾਡੀ ਸਤਿਗੁਰੂ ਨੇ ਡਿਊਟੀ ਲਾਈ ਹੈ ਤੇ ਅਸੀਂ ਨਿਭਾ ਰਹੇ ਹਾਂ। ਬਾਕੀ ਇਸ ਗੱਲ ਦੀ ਵੀ ਮਾਫੀ ਕਿ ਤੁਹਾਡੇ ਪਰਿਵਾਰ ਤੱਕ ਬੜੀ ਦੇਰ ਬਾਅਦ ਪਹੁੰਚੇ ਹਾਂ। 32 ਸਾਲ ਹੋ ਗਏ ਨੇ ਭਾਈ ਮਨਜੀਤ ਸਿੰਘ ਨੂੰ ਸ਼ਹੀਦ ਹੋਇਆ ਤੇ ਅੱਜ ਸਾਨੂੰ ਇਸ ਪਰਿਵਾਰ ਬਾਰੇ ਜਾਣਕਾਰੀ ਮਿਲੀ ਹੈ। ਫਿਰ ਵੀ ਇਸ ਲਾਕਡਾਊਨ ਦੌਰਾਨ ਕਦੀ ਵੀ ਕਿਸੇ ਚੀਜ਼ ਦੀ ਜ਼ਰੂਰਤ ਪਵੇ, ਬਿਨਾਂ ਝਿਜਕ ਅਸੀਂ ਤੁਹਾਡੇ ਮਾਤਾ ਜੀ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਾਡੀਆਂ ਧੀਆਂ ਵਾਂਗੂ ਕਿਸੇ ਤਰ੍ਹਾਂ ਬਿਨਾਂ ਝਿਜਕ ਜਿਸ ਹੱਕ ਨਾਲ ਤੁਸੀਂ ਸਮਝਦੇ ਹੋ ਕਿ ਅੱਜ ਮੇਰਾ ਬਾਪ ਹੁੰਦਾ ਤੇ ਮੈਂ ਉਹਦੇ ਕੋਲੋਂ ਆਹ ਚੀਜ਼ ਮੰਗ ਲੈਂਦੀ, ਉਹਦੇ ਅਸੀਂ ਪੈਰਾਂ ਵਰਗੇ ਵੀ ਨਹੀਂ ਬਣ ਸਕਦੇ, ਪਰ ਇੱਕ ਵਾਰੀ ਕਦੀ ਕਹਿ ਕੇ ਵੇਖਿਓ, ਸ਼ਾਇਦ ਕੋਸ਼ਿਸ਼ ਕਰਾਂਗੇ। ਕਰਦੇ ਇੱਥੇ ਲੋਕ ਵੀ ਉਹ ਬਹੁਤ ਦਲੇਰ ਸੀ, ਪਰ ਚਾਚੇ ਉਹਦੇ ਵਰਗੇ ਨਹੀਂ। ਲੋਕ ਕਈ ਕਹਿੰਦੇ ਆ ਵੀ ਉਹ ਬਹੁਤ ਦਲੇਰ ਸੀ, ਚਾਚੇ ਤੇ ਉਹਦੇ ਵਰਗੇ ਹੈ ਨਹੀਂ ਆ। ਐਵੇਂ ਥੋੜਾ ਕਿਸੇ ਨੇ ਕਿਹਾ 100 ਚਾਚਾ ਤੇ ਇੱਕ ਪਿਓ, ਹਾਂਜੀ 100 ਦਾਰੂ ਤੇ ਇੱਕ ਘਿਓ, ਕਹਾਵਤਾਂ ਬਣੀਆਂ ਨੇ। 100 ਚਾਚਾ ਵੀ ਇੱਕ ਪਿਓ ਨਹੀਂ ਬਣ ਸਕਦਾ, ਨਹੀਂ ਬਣ ਸਕਦੇ। ਕੋਈ ਗੱਲ ਨਹੀਂ, ਸਤਿਗੁਰੂ ਕਿਰਪਾ ਕਰਨਗੇ। ਹੁਣ ਸੰਗਤ ਤੁਹਾਡੇ ਨਾਲ ਆ ਤੇ ਨਵੀਂ ਜ਼ਿੰਦਗੀ ਬਾਰੇ ਜ਼ਰੂਰ ਸੋਚਿਓ। ਸਤਿਗੁਰੂ ਅੱਗੇ ਅਰਦਾਸ ਕਰਾਂਗੇ ਕੋਈ ਚੰਗਾ ਵਰ ਕਰ, ਕੋਈ ਉਸ ਬੱਚੇ ਦੇ ਸਿਰ ਤੇ ਬਾਪ ਵਾਂਗੂ ਹੱਥ ਰੱਖੇ, ਤੁਹਾਡਾ ਉਹ ਆਸਰਾ ਬਣੇ, ਇਸ ਘਰ ਦਾ ਆਸਰਾ ਬਣੇ। ਇੱਜ਼ਤ ਮਾਣ ਉਹਦਾ ਹੋਰ ਵਧੇਗਾ, ਕਿਉਂਕਿ ਸ਼ਹੀਦ ਪਰਿਵਾਰਾਂ ਦੀ ਜਿਹੜੇ ਲੋਕ ਕਦਰ ਕਰਦੇ ਆ ਉਹਨਾਂ ਦੀ ਫਿਰ ਦੁਨੀਆ ਕਦਰ ਕਰਦੀ ਆ। ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਮੈਂ ਵਾਂ। ਮੈਨੂੰ ਸਤਿਗੁਰੂ ਜੀ ਨੇ ਸ਼ਹੀਦ ਪਰਿਵਾਰਾਂ ਦੀ ਸੇਵਾ ਦਿੱਤੀ ਹੈ। ਪੂਰੀ ਦੁਨੀਆ 'ਚੋਂ ਇੰਨਾ ਸਤਿਕਾਰ, ਇੰਨਾ ਪਿਆਰ ਮਿਲ ਰਿਹਾ, ਇੰਨਾ ਭਰੋਸਾ, ਇੰਨਾ ਵਿਸ਼ਵਾਸ ਕਿ ਕਈ ਵਾਰੀ ਕੁਛ ਤੇ ਐਸੀਆਂ ਧੀਆਂ ਸ਼ਹੀਦ ਪਰਿਵਾਰਾਂ ਦੀਆਂ ਜਿਨ੍ਹਾਂ ਦੇ ਪੱਲੇ ਵੀ ਸਤਿਗੁਰੂ ਜੀ ਨੇ ਮੇਰੇ ਕੋਲੋਂ ਫੜਾਏ ਨੇ। ਇਹ ਮੇਰੇ ਲਈ ਬੜੇ ਵੱਡੇ ਮਾਣ ਵਾਲੀ ਗੱਲ ਹੈ। ਸਤਿਗੁਰੂ ਕਿਰਪਾ ਕਰਨਗੇ ਤੇ ਹੁਣ ਇਸ ਤੋਂ ਬਾਅਦ ਕਦੀ ਕੋਈ ਮੁਸ਼ਕਲ ਨਹੀਂ ਮਹਿਸੂਸ ਕਰਨੀ। ਕਿਸੇ ਚੀਜ਼ ਦੀ ਰੀਝ ਹੋਵੇ, ਕਿਸੇ ਚੀਜ਼ ਦੀ ਮੁਸ਼ਕਲ ਹੋਵੇ, ਬਿਨਾਂ ਝਿਜਕ ਫੋਨ ਕਰਨਾ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ। ਬੇਟੀ ਸੁਮਨਦੀਪ ਕੌਰ ਜਿਹਨੇ ਆਪਣੇ ਬਾਪ ਨੂੰ ਨਹੀਂ ਵੇਖਿਆ, ਉਹਦੀ ਕੋਈ ਧੁੰਦਲੀ ਯਾਦ 'ਚ ਵੀ ਨਹੀਂ ਉਹ ਸ਼ਕਲ ਹੈਗੀ, ਬਸ ਤਸਵੀਰਾਂ ਵੇਖੀਆਂ ਨੇ। ਪਰ ਕਦੀ ਇੱਕ ਦਿਨ, ਇੱਕ ਪਲ ਐਸਾ ਨਹੀਂ ਗੁਜ਼ਰਿਆ ਜਿਸ ਦਿਨ ਬਾਪ ਦੀ ਯਾਦ ਨਹੀਂ ਆਈ, ਕਿਉਂਕਿ ਕੁਛ ਸ਼ਰੀਕਾਂ ਦਾ ਰਵੱਈਆ ਇਸ ਤਰ੍ਹਾਂ ਦਾ ਰਿਹਾ, ਕੁਛ ਹਾਲਾਤ ਇਸ ਤਰ੍ਹਾਂ ਦੇ ਬਣ ਗਏ, ਕੁਛ ਸਹੁਰੇ ਘਰ ਵਾਲਿਆਂ ਨਾਲ ਵੀ ਕੁਛ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਬਣ ਗਿਆ ਤੇ ਬਾਪ ਦਾ ਯਾਦ ਆਉਣਾ ਸੁਭਾਵਿਕ ਸੀ।
ਸਤਿਗੁਰੂ ਕਿਰਪਾ ਕਰਨ। ਸਾਧ ਸੰਗਤ ਜੀ, ਤੁਸੀਂ ਸਾਡਾ ਸਾਥ ਦਿਓ, ਅਸੀਂ ਇਹਨਾਂ ਪਰਿਵਾਰਾਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸਾਧ ਸੰਗਤ ਜੀ, ਸ਼ਹੀਦ ਭਾਈ ਮਨਜੀਤ ਸਿੰਘ ਦੀ ਧਰਮ ਪਤਨੀ ਬੀਬੀ ਹਰਜੀਤ ਕੌਰ ਜੀ ਨੂੰ ਅੱਜ ਅਸੀਂ 10,000 ਰੁਪਈਆ ਤੇ ਇਹ ਕੁਛ ਰਾਸ਼ਨ ਦੀ ਸੇਵਾ ਜਿਹੜੀ ਆ ਅਸੀਂ ਕਰਕੇ ਜਾ ਰਹੇ ਹਾਂ। ਜਿਹੜੇ ਸਾਡੇ NRI ਭੈਣ ਭਰਾ ਸਾਨੂੰ ਸੇਵਾ ਭੇਜਦੇ ਆ, ਉਹਨਾਂ ਸੇਵਾਵਾਂ ਦੇ ਵਿੱਚੋਂ ਲਗਾਤਾਰ ਸਾਡੀ ਸ਼ਹੀਦ ਪਰਿਵਾਰਾਂ ਨੂੰ ਤੇ ਪਾਠੀ ਸਿੰਘਾਂ ਨੂੰ ਰਾਸ਼ਨ ਦੀ ਸੇਵਾ ਤੇ ਕੁਛ ਨਗਦ ਸੇਵਾ ਜਿਹੜੀ ਅਸੀਂ ਕਰ ਰਹੇ ਹਾਂ। ਜਿੰਨੇ ਵੀ ਸਾਡੇ NRI ਭੈਣ ਭਰਾ ਸਾਨੂੰ ਇਸ ਸੇਵਾ ਦੇ ਵਿੱਚ ਸਹਿਯੋਗ ਕਰਦੇ ਆ, ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਔਰ ਜਿੰਨਾ ਵੀ ਗੁਰਮੁਖਾਂ ਪਿਆਰਿਆਂ ਨੇ ਸ਼ਹੀਦ ਭਾਈ ਮਨਜੀਤ ਸਿੰਘ ਦੇ ਪਰਿਵਾਰ ਦੀ ਪਹਿਲਾਂ ਕੋਈ ਸਹਾਇਤਾ ਕੀਤੀ ਹੈ, ਇਹ ਘਰ ਬਣਾਉਣ 'ਚ ਮਦਦ ਕੀਤੀ ਹੈ ਜਾਂ ਵੈਸੇ ਕਦੀ ਕੋਈ ਇਹਨਾਂ ਨੂੰ ਸੇਵਾ ਭੇਜੀ, ਅਸੀਂ ਉਹਨਾਂ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ। ਬਹੁਤ ਮਿਹਰਬਾਨੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।